ਹਾਲੇਲੂਇਆ। ਸਰਵਸ਼ਕਤੀਮਾਨ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਹਾਂ, ਜਿਉਂਦੇ ਪਰਮੇਸ਼ਵਰ ਦਾ, ਕਿ ਜਿਨੇ ਸਾਨੂੰ ਅੱਜ ਦੀ ਸੁਬਾਹ ਬਖਸ਼ੀ ਹੈ। ਉਹਦੇ ਪਵਿੱਤਰ ਔਰ ਕਦੂਸ ਰਵਾਹੀ ਦੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ। ਹਾਲੇਲੂਇਆ। ਔਰ ਪ੍ਰਭੂ ਦੇ ਜੀਵਤ ਨਾਮ ਨੂੰ ਧੰਨਵਾਦ ਦਿੰਦੇ ਹਾਂ। ਅਸੀਂ ਆਪਣੀ ਬੁੱਧ ਦੇ ਨਾਲ, ਆਪਣੀ ਸਮਝ ਦੇ ਨਾਲ ਅੱਜ ਦੇ ਦਿਨ ਨੂੰ ਨਹੀਂ ਵੇਖਿਆ। ਅਸੀਂ ਉਸੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਨੇ ਸਾਡੇ ਅੰਦਰ ਸਵਾਸ ਬਖਸ਼ਿਆ। ਔਰ ਅੱਜ ਦਾ ਦਿਨ ਪ੍ਰਭੂ ਯਿਸੂ ਮਸੀਹ ਵੱਲੋਂ ਸਾਨੂੰ ਦਿੱਤਾ ਗਿਆ। ਬਹੁਤ ਸਾਰੇ ਲੋਕ ਸੀ ਅੱਜ ਦੇ ਦਿਨ ਨੂੰ ਵੇਖਣਾ ਚਾਹੁੰਦੇ ਸੀ, ਪਰ ਉਹ ਨਾ ਵੇਖ ਸਕੇ। ਪਰ ਅੱਜ ਦਾ ਦਿਨ ਅਸੀਂ ਆਪਣੀ ਭਲਾਈ ਦੇ ਕਾਰਨ ਨਹੀਂ ਵੇਖਿਆ। ਇਹ ਉਹਦੀ ਦਇਆ ਦੇ ਕਾਰਨ, ਉਹਦੀ ਕਿਰਪਾ ਦੇ ਕਾਰਨ, ਉਹਦੇ ਅਨੁਗ੍ਰਹਿ ਦੇ ਕਾਰਨ, ਉਹਦੇ ਅਤ ਮਹਾਨ ਪਵਿੱਤਰ ਪ੍ਰੇਮ ਦੇ ਦੁਆਰਾ ਅਸੀਂ ਅੱਜ ਦੇ ਦਿਨ ਨੂੰ ਵੇਖ ਸਕੇ ਹਾਂ। ਔਰ ਉਸੇ ਨੂੰ ਹੀ ਜਲਾਲ ਔਰ ਮਹਿਮਾ ਦੇਣੇ। ਹਾਲੇਲੂਇਆ। ਇਹ ਸਭੋ ਕੁਝ ਜੋ ਹੋਇਆ ਏ ਅੱਜ ਉਹਦੀ ਦਇਆ ਦੇ ਨਾਲ ਹੋਇਆ ਏ। ਮੈਂ ਪ੍ਰਭੂ ਦਾ ਧੰਨਵਾਦ ਕਰਦਾ। ਹਾਲੇਲੂਇਆ। ਅੱਜ ਛੋਟਾ ਜਿਹਾ ਇੱਕ ਮੈਸੇਜ ਆ। ਜਿਹੜੇ ਪਰਮੇਸ਼ਵਰ ਨੂੰ ਉਡੀਕਦੇ ਆ ਉਹ ਨਵੇਂ ਸਿਰਿਓਂ ਬਲ ਪਾਉਣਗੇ, ਨਵੇਂ ਸਿਰਿਓਂ ਸ਼ਕਤੀ ਪਾਉਣਗੇ। ਪਰ ਜਿਹੜੇ ਡਿੱਗ ਗਏ ਆ ਉਹ ਉਕਾਬਾਂ ਦੇ ਵਾਂਗ ਬਲ ਪਾਉਣਗੇ, ਸ਼ਕਤੀ ਪਾਉਣਗੇ। ਜਦੋਂ ਭਾਰੀ ਹਵਾ ਪਰਮੇਸ਼ਰ ਨੂੰ ਉਡੀਕੋਗੇ, ਖੁਦਾਵੰਦ ਨੂੰ ਉਡੀਕੋਗੇ, ਜਦੋਂ ਤੁਸੀਂ ਉਡੀਕ ਕਰੋਗੇ, ਸਬਰ ਰੱਖੋਗੇ, ਤੇ ਫਿਰ ਤੁਸੀਂ ਨਵੇਂ ਸਿਰਿਓਂ ਇੱਕ ਨਵਾਂ ਬਲ, ਨਵੀਂ ਸ਼ਕਤੀ ਨੂੰ, ਨਵੀਂ ਸਮਰਥ ਨੂੰ, ਨਵੀਂ ਬੁੱਧ ਨੂੰ ਆਪਣੇ ਅੰਦਰ ਉਤਪਤ ਕਰ ਸਕਦੇ ਹੋ। ਪਰ ਜਦੋਂ ਪਰਮੇਸ਼ਰ ਨੂੰ ਉਡੀਕੋਗੇ ਤੇ ਫਿਰ ਤੁਸੀਂ ਬਲ ਪਾਓਗੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਅੱਜ ਇੱਕ ਵਚਨ ਦੇ ਵਿੱਚੋਂ ਪੜ੍ਹ ਕੇ, ਹਾਲੇਲੂਇਆ, ਮੈਂ ਉਸ ਉਕਾਬ ਦੇ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਜਿਹੜਾ ਉਕਾਬ ਸਭ ਨੂੰ ਉੱਚੀ ਉਡਾਰੀ ਭਰਦਾ ਹੈ, ਅਸਮਾਨ ਦੇ ਵਿੱਚ ਸਾਰੇ ਪੰਛੀਆਂ ਦੇ ਨਾਲੋਂ ਉੱਚਾ ਉੱਡਦਾ ਹੈ, ਉਸ ਉਕਾਬ ਦੀ ਗੱਲ ਕਰਨਾ ਚਾਹੁੰਦਾ ਹੈ। ਹਾਲੇਲੂਇਆ। ਜਿਸ ਦੇ ਬਾਰੇ ਬਾਈਬਲ ਵੀ ਸਾਨੂੰ ਜ਼ਿਕਰ ਕਰਦੀ ਹੈ, ਉਸ ਉਕਾਬ ਦੇ ਬਲ ਦੇ ਬਾਰੇ, ਉਕਾਬ ਦੀ ਉਮਰ ਦੇ ਬਾਰੇ। ਉਕਾਬ ਦੀ ਉਮਰ ਜਿਹੜੀ ਹੁੰਦੀ ਹੈ ਉਹ ਵੱਧ ਤੋਂ ਵੱਧ 75 ਸਾਲ ਤੱਕ ਹੁੰਦੀ ਹੈ। 75 ਸਾਲ ਔਰ 40 ਸਾਲ ਤੱਕ ਉਹ ਬਲ ਵਿੱਚ ਭਰਿਆ ਰਹਿੰਦਾ ਹੈ, ਪਾਵਰ ਵਿੱਚ ਭਰਿਆ ਰਹਿੰਦਾ ਹੈ। ਉਹ 40 ਸਾਲ ਦੇ ਵਿੱਚ ਜਾ ਕੇ ਉਹ ਜਦੋਂ ਦੇ ਖੰਭ ਆ ਜਿਹੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ, ਝੜਨੇ ਸ਼ੁਰੂ ਹੋ ਜਾਂਦੇ ਆ, ਉਹਦੇ ਹੱਥਾਂ ਦਾ ਬਲ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਹੈ, ਉਹਦੀ ਚੁੰਝ ਜਿਹੜੀ ਹੁੰਦੀ ਉਹ ਵੀ ਕੰਮ ਕਰਨਾ ਛੱਡ ਦਿੰਦੀ ਆ, ਕਿਉਂਕਿ ਨਵੇਂ ਸਿਰਿਓਂ ਸ਼ਿਕਾਰ ਨਹੀਂ ਕਰ ਸਕਦਾ। ਉਹ ਫਿਰ ਇੱਕ ਇਹੋ ਜਿਹੀ ਵਿਪਤਾ ਦੇ ਵਿੱਚ, ਇਹੋ ਜਿਹੀ ਪਰੇਸ਼ਾਨੀ ਦੇ ਵਿੱਚ ਚਲਿਆ ਜਾਂਦਾ ਹੈ ਜਿੱਥੇ ਉਹਨੂੰ ਕੋਈ ਵੀ ਰਾਹ ਨਹੀਂ ਲੱਭਦਾ। ਪਰ ਉਹ ਫਿਰ ਤੋਂ ਉੱਠਦਾ ਏ, ਉਹ ਫਿਰ ਨਵੇਂ ਸਿਰਿਓਂ ਬਲ ਪਾਉਂਦਾ ਏ ਜਦੋਂ ਉਹ ਆਪਣੇ ਆਪ ਨੂੰ ਤਿਆਰ ਕਰਦਾ ਏ। ਫਿਰ ਉਹ 75 ਸਾਲ ਦੀ ਉਮਰ ਦੇ ਵਿੱਚ ਇੱਕ ਫਿਰ ਤੋਂ ਅਸਮਾਨ ਦੀ ਉਡਾਰੀ ਭਰਦਾ ਏ। ਮੈਂ ਉਸ ਉਕਾਬ ਦੀ ਗੱਲ ਕਰਨਾ ਚਾਹੁੰਦਾ। ਹਾਲੇਲੂਇਆ। ਅੱਜ ਜੇਕਰ ਤੁਸੀਂ ਵੀ ਪਰਮੇਸ਼ਵਰ ਦੇ ਹਜ਼ੂਰੋਂ ਇੱਕ ਨਵਾਂ ਬਲ, ਨਵੀਂ ਸ਼ਕਤੀ, ਨਵਾਂ ਸਾਮਰਥ ਪਾਉਣਾ ਚਾਹੁੰਦੇ ਜੇ, ਤੇ ਅੱਜ ਪ੍ਰਭੂ ਦੇ ਵਚਨ ਦੇ ਦੁਆਰਾ ਤੁਹਾਨੂੰ ਬਲ ਮਿਲੇਗਾ, ਤਾਕਤ ਮਿਲੇਗੀ, ਦਲੇਰੀ ਮਿਲੇਗੀ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਦਲੇਰੀ ਨਾਲ ਭਰ ਦਿੰਦਾ ਹੈ। ਵਚਨ ਦੀ ਦਲੇਰੀ ਚਾਹੀਦੀ ਹੈ ਸਾਨੂੰ, ਬੁੱਧ ਦੀ ਦਲੇਰੀ ਚਾਹੀਦੀ ਹੈ, ਵਚਨ ਦੀ ਸਮਰਥ ਚਾਹੀਦੀ ਹੈ, ਵਚਨ ਦੀ ਤਾਕਤ ਚਾਹੀਦੀ ਹੈ, ਵਚਨ ਦੀ ਨੌਲੇਜ ਚਾਹੀਦੀ ਹੈ। ਇਸੇ ਕਰਕੇ ਸਾਨੂੰ ਬਾਈਬਲ ਵੀ ਦੱਸਦੀ ਕਿ ਗਿਆਨ ਨਾ ਹੋਣ ਕਾਰਨ ਮੇਰੀ ਪ੍ਰਜਾ ਜਿਹੜੀ ਨਾਸ਼ ਹੁੰਦੀ ਆ, ਝੁਲਸ ਜਾਂਦੀ ਆ, ਕਮਜ਼ੋਰ ਹੋ ਜਾਂਦੀ ਆ। ਸੱਚਮੁੱਚ ਅੱਜ ਮੈਂ ਵਚਨ ਪੜ੍ਹਨਾ ਚਾਹੁੰਦਾ ਯਸ਼ਾਇਆ ਦੀ ਕਿਤਾਬ, ਉਸਦਾ 40 ਦੇ ਉਸਦਾ 31 ਵਚਨ 'ਚ ਕੀ ਲਿਖਿਆ ਹੈ। ਹਾਲੇਲੂਇਆ। ਕਹਿੰਦਾ ਭਾਰੀ ਹਵਾ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ। ਉਹ ਕਾਬਾਂ ਵਾਂਗ ਖੰਭਾਂ ਉੱਤੇ ਉੱਡਣਗੇ ਅਤੇ ਉਹ ਦੌੜਨਗੇ ਤੇ ਨਾ ਥੱਕਣਗੇ। ਕਹਿੰਦਾ ਦੌੜਨਗੇ, ਨਾ ਥੱਕਣਗੇ, ਨਾ ਘਬਰਾਉਣਗੇ, ਨਾ ਉਹਨਾਂ ਨੂੰ ਸਾਹ ਚੜੇਗਾ। ਪਰ ਜਿਹੜੇ ਨਵੇਂ ਸਿਰਿਓਂ ਅੱਜ ਬਲ ਪਾਉਣਗੇ, ਨਵੇਂ ਸਿਰਿਓਂ ਸ਼ਕਤੀ ਪਾਉਣਗੇ, ਅੱਜ ਪ੍ਰਾਰਥਨਾ ਦੀ ਸ਼ਕਤੀ ਦੇ ਨਾਲ, ਅਧੀਨਤਾ ਦੀ ਸ਼ਕਤੀ ਦੇ ਨਾਲ, ਵਫਾਦਾਰੀ ਦੀ ਸ਼ਕਤੀ ਦੇ ਨਾਲ, ਪਵਿੱਤਰਤਾ ਦੀ ਸ਼ਕਤੀ ਦੇ ਨਾਲ, ਪ੍ਰਾਰਥਨਾ ਦੀ ਤਾਕਤ ਦੇ ਨਾਲ ਤੁਸੀਂ ਨਵੇਂ ਸਿਰਿਓਂ ਬਲ ਪਾ ਸਕਦੇ ਜੀ। ਪ੍ਰਾਰਥਨਾ ਦੀ ਸਮਰਥ ਦੇ ਨਾਲ ਤੁਸੀਂ ਨਵੇਂ ਸਿਰਿਓਂ ਇੱਕ ਉੱਠ ਸਕਦੇ ਜੀ। ਜੇਕਰ ਅੱਜ ਤੁਸੀਂ ਡਿੱਗੇ ਜੇ, ਤੁਸੀਂ ਉਕਾਬਾਂ ਵਾਂਗ ਉੱਡਣਾ ਚਾਹੁੰਦੇ ਜੇ, ਫਿਰ ਤੁਸੀਂ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰੋਗੇ ਤੇ ਉਹ ਪ੍ਰਾਰਥਨਾ ਤੁਹਾਨੂੰ ਉਕਾਬਾਂ ਵਰਗਾ ਬਲ ਦੇਵੇਗੀ, ਇੰਨਾ ਜ਼ਿਆਦਾ ਜ਼ੋਰ ਦੇਵੇਗੀ, ਤੁਹਾਨੂੰ ਸ਼ਕਤੀ ਦੇਵੇਗੀ, ਸਾਮਰਥ ਦੇਵੇਗੀ। ਤੁਹਾਡੀ ਬੁੱਧ ਵਿੱਚ ਵੀ ਪਾਵਰ ਆਵੇਗੀ, ਤੁਹਾਡੀ ਬੁੱਧ ਵੀ ਕਾਮਯਾਬ ਹੋ ਜਾਵੇਗੀ। ਜਿਹੜੀ ਅੱਜ ਸੁਸਤੀ ਵਿੱਚ ਆ, ਸੁਸਤੀ ਦਾ ਆਤਮਾ ਵੀ ਉਹ ਛੱਡ ਕੇ ਚਲਾ ਜਾਵੇਗਾ। ਉਹ ਕਮਜ਼ੋਰੀ ਦਾ ਆਤਮਾ ਵੀ ਚਲਾ ਜਾਵੇਗਾ, ਉਹ ਵੀਕਨੈਸ ਦਾ ਆਤਮਾ ਵੀ ਚਲਾ ਜਾਵੇਗਾ। ਉਹ ਤੁਹਾਡੀਆਂ ਕਮੀਆਂ ਜਿਹੜੀਆਂ, ਤੁਹਾਡੇ ਵਿਰੋਧੀ ਜਿਹੜੇ ਚੜ ਜਾਂਦੇ ਤੁਹਾਡੇ ਉੱਤੇ ਆ ਕੇ, ਤੁਹਾਡੀਆਂ ਇੱਛਾਵਾਂ ਜਿਹੜੀਆਂ, ਤੁਹਾਡੀਆਂ ਸੋਚਾਂ ਦੇ ਜਿਹੜੇ ਤੁਹਾਡੇ ਵਿਚਾਰ ਆ,
ਜਿਹੜੇ ਸ਼ੈਤਾਨ ਸਾਡੇ ਨਾਲ ਯੁੱਧ ਕਰਦਾ ਏ, ਪ੍ਰਭੂ ਕਹਿੰਦਾ ਮੈਂ ਉਹਨਾਂ ਨੂੰ ਬਲ ਦੇ ਕੇ, ਆਪਣੇ ਲੋਕਾਂ ਨੂੰ, ਆਪਣੇ ਇਜ਼ਰਾਈਲ ਨੂੰ ਬਲ ਦੇ ਕੇ ਖੜਾ ਕਰ ਦੇਵਾਂਗਾ ਅਤੇ ਉਹਨਾਂ ਨੂੰ ਫਿਰ ਤੋਂ ਉਡਾਰੀ ਭਰਾਂਗਾ। ਉਡਾਰੀ ਭਰਨਗੇ, ਉਹ ਨਵੇਂ ਸਿਰੇ ਬਲ ਪਾਉਣਗੇ ਜਦੋਂ ਮੇਰੇ ਅੱਗੇ ਮੈਨੂੰ ਉਡੀਕਣਗੇ, ਮੈਨੂੰ ਮੰਨਣਗੇ ਅਤੇ ਮੇਰੀਆਂ ਗੱਲਾਂ ਅਤੇ ਮੇਰੀਆਂ ਵਿਧੀਆਂ ਦੇ ਉੱਤੇ ਆਪਣਾ ਧਿਆਨ ਕਰਨਗੇ ਅਤੇ ਉਹ ਨਵੇਂ ਸਿਰਿਓਂ ਬਲ ਪਾਉਣਗੇ। ਅਤੇ ਫਿਰ ਤੁਸੀਂ ਅਸਮਾਨ ਵਿੱਚ ਸਭ ਨੂੰ ਉੱਚੀ ਉਡਾਰੀ ਭਰ ਸਕਦੇ ਜੇ। ਹਾਲੇਲੂਇਆ। ਜਦੋਂ ਤੁਸੀਂ ਉੱਚੀ ਉਡਾਰੀ ਭਰੋਗੇ, ਤੁਸੀਂ ਇਸ ਤਰ੍ਹਾਂ ਉਡਾਰੀ ਨਹੀਂ ਭਰ ਸਕਦੇ ਅੱਜ ਗੱਲਾਂ ਬਾਤਾਂ ਦੇ ਨਾਲ ਉਡਾਰੀ ਨਹੀਂ ਭਰਨੀ, ਮਿਹਨਤ ਦੇ ਨਾਲ ਉਡਾਰੀ ਭਰਨੀ ਆ, ਮਿਹਨਤ ਦੇ ਨਾਲ ਉਡਾਰੀ ਭਰਨੀ ਆ, ਸਬਰ ਦੇ ਨਾਲ ਉਡਾਰੀ ਭਰਨੀ ਆ। ਜਿਵੇਂ ਦਾਊਦ ਕਹਿੰਦਾ ਮੈਂ ਵੱਡਾ ਜਿਗਰਾ ਰੱਖ ਕੇ ਯਹੋਵਾ ਪਰਮੇਸ਼ਰ ਨੂੰ ਉਡੀਕਦਾ ਹਾਂ। ਹਾਲੇਲੂਇਆ। ਤੁਸੀਂ ਵੀ ਅੱਜ ਵੱਡਾ ਜਿਗਰਾ ਰੱਖ ਕੇ ਯਹੋਵਾ ਪਰਮੇਸ਼ਰ ਨੂੰ ਉਡੀਕਣਾ ਹੈ ਤੇ ਬਲ ਪਾਉਣਾ ਹੈ ਨਵੇਂ ਸਿਰਿਓਂ, ਫਿਰ ਤੋਂ ਉੱਠਣਾ ਹੈ। ਅੱਜ ਜੇਕਰ ਤੁਸੀਂ ਕਮਜ਼ੋਰ ਹੋ, ਇਸ ਵਚਨ ਦੇ ਦੁਆਰਾ ਤੁਸੀਂ ਖੜੇ ਕੀਤੇ ਜਾਓਗੇ। ਹਾਲੇਲੂਇਆ। ਯਿਸੂ ਮਸੀਹ ਦੀ ਤਾਕਤ ਜਿਹੜੀ ਤੁਹਾਡੇ ਅੰਦਰ ਆਵੇਗੀ। ਕਹਿੰਦਾ ਦੌੜਨਗੇ ਪਰ ਥੱਕਣਗੇ ਨਹੀਂ। ਅੱਜ ਜੇਕਰ ਤੁਸੀਂ ਯਿਸੂ ਮਸੀਹ ਦੇ ਰਾਜ ਵਿੱਚ ਦੌੜੋਗੇ ਤੇ ਕਦੀ ਥੱਕੋਗੇ ਨਹੀਂ, ਕਿਉਂਕਿ ਬਲ, ਪਰਮੇਸ਼ਰ ਦੀ ਤਾਕਤ, ਪਰਮੇਸ਼ਰ ਦੀ ਸਮਰਥ ਤੁਹਾਨੂੰ ਲੈ ਕੇ ਜਾਵੇਗੀ। ਪਵਿੱਤਰ ਆਤਮਾ ਤੁਹਾਨੂੰ ਲੈ ਕੇ ਜਾਵੇਗਾ। ਹਾਲੇਲੂਇਆ। ਜਦੋਂ ਤੁਸੀਂ ਬਲ ਪਾਲੋਗੇ, ਤਾਕਤ ਪਾਲੋਗੇ, ਤੇ ਫਿਰ ਤੁਹਾਨੂੰ ਕੋਈ ਵੀ ਨਹੀਂ ਹਰਾ ਸਕਦਾ। ਇੱਧਰ ਵੇਖੋ ਪਰਮੇਸ਼ਰ ਦਾ ਵਚਨ ਹੁਣ 11 ਆਇਤ ਵਿੱਚ ਕੀ ਕਹਿ ਰਿਹਾ ਹੈ। ਕਹਿੰਦਾ ਵੇਖੋ ਉਹ ਤੇਰੇ ਨਾਲ ਗੁੱਸੇ ਹਨ ਅਤੇ ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ ਅਤੇ ਉਹ ਤੇਰੇ ਨਾਲ ਝਗੜਦੇ ਹਨ, ਨਾ ਇਹੋ ਜਿਹਾ ਹੋਏਗਾ, ਉਹ ਨਾਸ਼ ਹੋ ਜਾਣਗੇ। ਕਹਿੰਦਾ ਜਿਹੜੇ ਤੇਰੇ ਨਾਲ ਝਗੜਦੇ ਆ, ਜਿਹੜੇ ਤੇਰੇ ਨਾਲ ਲੜਦੇ ਆ, ਜਿਹੜੇ ਤੇਰੇ ਨਾਲ ਯੁੱਧ ਕਰਦੇ ਆ, ਤੇ ਜਿਨ੍ਹਾਂ ਦੇ ਮੂੰਹ ਮੈਂ ਕਾਲੇ ਕਰ ਦੇਵਾਂਗਾ ਜਦੋਂ ਤੂੰ ਨਵੇਂ ਸਿਰਿਓਂ ਬਲ ਪਾਵੇਂਗਾ। ਤੇ ਜਿਹੜੀਆਂ ਸਾਡੀਆਂ ਸੋਚਾਂ, ਸਾਡੇ ਵਿਚਾਰ ਆ, ਸਾਨੂੰ ਸ਼ੈਤਾਨ ਪਾਪ ਕਰਾਉਂਦਾ, ਜਿਹੜਾ ਸਾਡੇ ਕੋਲੋਂ ਗੁਨਾਹ ਕਰਾਉਂਦਾ, ਜਿਹੜੇ ਸਾਡੀ ਅੰਦਰਲੀ ਲੜਾਈ ਆ, ਜਿਹੜੀ ਸਾਡੀ ਇੱਕ ਓਮੇਗਾ ਲੜਾਈ ਆ, ਸਾਡੀ ਗੁਪਤ ਲੜਾਈ ਆ, ਜਿਹੜੀ ਉਹ ਸ਼ੈਤਾਨ ਸਾਨੂੰ ਸਾਡੇ ਅੰਦਰ ਸੋਚਾਂ ਦੁਆਰਾ ਪਾਪ ਕਰਾਉਂਦਾ ਹੈ। ਉਹ ਸਾਡੇ ਨਾਲ ਝਗੜਦਾ ਹੈ ਅੰਦਰੋਂ ਅੰਦਰ, ਪਰ ਕਹਿੰਦਾ ਉਹ ਵਿਰੋਧੀ ਆ ਜਿਹੜੇ ਮੂੰਹ ਕਾਲਾ ਹੋ ਜਾਣਗੇ ਜਦੋਂ ਤੁਸੀਂ ਨਵੇਂ ਸਿਰਿਓਂ ਯਹੋਵਾ ਨੂੰ ਉਡੀਕੋ ਦੇ ਨਵੇਂ ਸਿਰਿਓਂ ਬਲ ਪਾਓਗੇ। ਅਤੇ ਜੇਕਰ ਪ੍ਰਾਰਥਨਾ ਦੇ ਦੁਆਰਾ ਤੁਸੀਂ ਨਵੇਂ ਸਿਰਿਓਂ ਬਲ ਪਾ ਕੇ ਅਤੇ ਤੁਸੀਂ ਇਹਨਾਂ ਵਿਰੋਧੀਆਂ ਨੂੰ ਹਰਾ ਦੋਗੇ। ਕਿਉਂਕਿ ਜਦੋਂ ਅਸੀਂ ਦੁਆ ਕਰਦੇ, ਪ੍ਰਾਰਥਨਾ ਕਰਦੇ, ਤੇ ਸ਼ੈਤਾਨ ਨੂੰ ਸਾਡੇ ਤੋਂ ਘਿਣ ਆਉਂਦੀ ਆ, ਸ਼ੈਤਾਨ ਨੂੰ ਸਾਡੇ ਤੋਂ ਗੁੱਸਾ ਆਉਂਦਾ ਹੈ, ਸ਼ੈਤਾਨ ਸਾਡੇ ਉੱਤੇ ਕ੍ਰੋਧਿਤ ਹੁੰਦਾ ਹੈ। ਉਹ ਕਹਿੰਦਾ ਮੈਨੂੰ ਮਸੀਹ ਯਸੂ ਦਾ ਨਾਮ ਨਹੀਂ ਲੈਣ ਦੇਣਾ, ਇਹਨੂੰ ਮੈਂ ਮਸੀਹ ਯਸੂ ਦੇ ਬਾਰੇ ਪ੍ਰਚਾਰ ਨਹੀਂ ਕਰਨ ਦੇਣਾ, ਇਹਨੂੰ ਮੈਂ ਮਸੀਹ ਯਸੂ ਦੇ ਬਾਰੇ ਖੁਸ਼ਖਬਰੀ ਸੁਣਾਉਣ ਨਹੀਂ ਦੇਣੀ, ਇਹਨੂੰ ਮੈਂ ਮਸੀਹ ਯਸੂ ਦੇ ਬਾਰੇ ਕੁਝ ਨਹੀਂ ਕਰਨ ਦੇਣਾ। ਜਦੋਂ ਅਸੀਂ ਮਸੀਹ ਯਸੂ ਦਾ ਕੰਮ ਕਰਦੇ ਆ ਤੇ ਸ਼ੈਤਾਨ ਸਾਡੇ ਤੇ ਕ੍ਰੋਧਿਤ ਹੁੰਦਾ ਹੈ। ਔਰ ਇਸ ਕਰਕੇ ਕਹਿੰਦਾ ਵੇਖੋ ਤੇਰੇ ਨਾਲ ਜੋ ਗੁੱਸੇ ਹਨ। ਇਹ ਸ਼ੈਤਾਨ ਸਾਡੇ ਨਾਲ ਗੁੱਸੇ ਹੁੰਦਾ ਕਦੋਂ? ਜਦੋਂ ਅਸੀਂ ਮਸੀਹ ਯਸੂ ਦਾ ਪ੍ਰਚਾਰ ਕਰਦੇ ਹਾਂ, ਯਸੂ ਮਸੀਹ ਦੇ ਬਾਰੇ ਲੋਕਾਂ ਨੂੰ ਦੱਸਦੇ ਹਾਂ, ਜਦੋਂ ਅਸੀਂ ਡਿੱਗੀ ਹੋਈ ਰੂਹ ਨੂੰ ਉਠਾਉਂਦੇ ਹਾਂ, ਜਦੋਂ ਡਿੱਗੀ ਹੋਈ ਕਮਜ਼ੋਰ ਰੂਹ ਦੀ ਮਦਦ ਕਰਦੇ ਹਾਂ, ਤੇ ਸ਼ੈਤਾਨ ਨੂੰ ਇਸ ਤੋਂ ਸਭ ਤੋਂ ਜ਼ਿਆਦਾ ਐਲਰਜੀ ਆ। ਪਰ ਮੈਂ ਅੱਜ ਕਹਿਣਾ ਹੈ ਕਿ ਇਹ ਸ਼ੈਤਾਨ ਦੀ ਤਾਕਤ ਉਦੋਂ ਹੀ ਡਿੱਗੇਗੀ। ਇਹ ਵਿਰੋਧੀ ਪਰਮੇਸ਼ਰ ਕਹਿੰਦਾ ਜਦੋਂ ਤੁਸੀਂ ਨਵੇਂ ਸਿਰਿਓਂ ਬਲ ਪਾਓਗੇ ਤੇ ਉਹਨਾਂ ਦੇ ਮੂੰਹ ਆ ਜਿਹੜੇ ਕਾਲੇ ਹੋ ਜਾਣਗੇ। ਹਾਲੇਲੂਇਆ। ਤੁਹਾਡੀਆਂ ਕਮੀਆਂ ਦੇ ਮੂੰਹ ਕਾਲੇ ਹੋ ਜਾਣਗੇ, ਤੁਹਾਡੀਆਂ ਕਮਜ਼ੋਰੀਆਂ ਦੇ ਮੂੰਹ ਕਾਲੇ ਹੋ ਜਾਣਗੇ, ਤੁਹਾਡੀ ਵੀਕਨੈਸ ਦੇ ਮੂੰਹ ਕਾਲੇ ਹੋ ਜਾਣਗੇ। ਅਤੇ ਕਹਿੰਦਾ ਜਿਹੜੇ ਤੇਰੇ ਨਾਲ ਝਗੜਦੇ ਹਨ ਉਹ ਸ਼ਰਮਿੰਦਿਆਂ ਤੇ ਲੱਜਾਵਾਨ ਹੋ ਕੇ ਨਿਕਲ ਜਾਣਗੇ। ਇਹ ਕਿਹਦੀ ਗੱਲ ਕਰ ਰਿਹਾ? ਜਿਹੜੇ ਸਾਡੀਆਂ ਕਮੀਆਂ ਹੈ, ਜਿਹੜੇ ਸ਼ੈਤਾਨ ਸਾਡੇ ਜੀਵਨ 'ਚ ਕੰਮ ਕਰਦਾ ਹੈ। ਫਿਰ ਤੁਸੀਂ ਨਵੇਂ ਸਿਰਿਓਂ ਬਲ ਪਾਓਗੇ, ਪਾਵਰ ਪਾਓਗੇ, ਸ਼ਕਤੀ ਪਾਓਗੇ ਤੇ ਉੱਠੋਗੇ ਤੇ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਮਿਲੇਗਾ ਤੁਹਾਡੇ ਜੀਵਨ ਤੋਂ। ਹਾਲੇਲੂਇਆ। ਇਸੇ ਲਈ ਪ੍ਰਭੂ ਦੀ ਵੱਡੀ ਕਿਰਪਾ, ਵੱਡੀ ਆਸ਼ੀਸ਼ ਨੂੰ ਪਾਓ ਪ੍ਰਾਰਥਨਾ ਦੇ ਦੁਆਰਾ, ਬਲ ਦੇ ਦੁਆਰਾ। ਸੁਬਾਹ ਉੱਠ ਕੇ ਅੰਮ੍ਰਿਤ ਵੇਲੇ ਯਹੋਵਾ ਪਰਮੇਸ਼ਰ ਨੂੰ ਉਡੀਕੋ। ਜਿਵੇਂ ਦਾਊਦ ਉਡੀਕਦਾ ਸੀ, ਇਸੇ ਤਰ੍ਹਾਂ ਤੁਸੀਂ ਵੀ ਉਡੀਕੋ। ਉਹਦੀ ਉਡੀਕ ਰੱਖੋ, ਉਹਦੇ ਉੱਤਰ ਦੀ ਉਡੀਕ ਰੱਖੋ। ਫਿਰ ਤੁਸੀਂ ਨਵੇਂ ਸਿਰਿਓਂ ਬਲ ਪਾ ਕੇ ਅਤੇ ਹਰ ਇੱਕ ਮੰਜ਼ਿਲ ਨੂੰ ਹਾਸਲ ਕਰ ਲਓਗੇ। ਹਰ ਇੱਕ ਚੀਜ਼ ਤੁਹਾਡੇ ਅੱਗੇ ਅੜੇਗੀ ਨਹੀਂ, ਤੁਸੀਂ ਸਫਲਤਾ ਨੂੰ ਪ੍ਰਾਪਤ ਕਰ ਲਓਗੇ। ਉਡੀਕ ਦੇ ਨਾਲ ਤੁਹਾਨੂੰ ਧੀਰਜ ਵੀ ਰੱਖਣਾ ਪੈਣਾ, ਸਬਰ ਵੀ ਰੱਖਣਾ ਪੈਣਾ ਹੈ, ਪਰ ਸਮੇਂ ਆਉਣ 'ਤੇ ਤੁਸੀਂ ਉੱਚੇ ਕੀਤੇ ਜਾਓਗੇ। ਬਾਈਬਲ 'ਚ ਲਿਖਿਆ। ਹਾਲੇਲੂਇਆ। ਇਸੇ ਕਰਕੇ ਪਰਮੇਸ਼ਰ ਕਹਿ ਰਿਹਾ ਵੇਖੋ ਉਹ ਜੋ ਤੇਰੇ ਨਾਲ ਗੁੱਸੇ ਹਨ ਸ਼ਰਮਿੰਦੇ ਹੋਣਗੇ। ਅੱਜ ਸਾਡੇ ਵਿਰੋਧੀ, ਸਾਡੀਆਂ ਕਮੀਆਂ, ਜਿਹੜੇ ਸ਼ੈਤਾਨ ਦੀਆਂ ਤਾਕਤਾਂ, ਦੁਸ਼ਟ ਆਤਮਾ, ਭ੍ਰਿਸ਼ਟ ਆਤਮਾ ਸਾਡੇ ਨਾਲ ਗੁੱਸੇ ਆ, ਉਹ ਸ਼ਰਮਿੰਦਾ ਕਰ ਦੂਗਾ ਯਿਸੂ ਮਸੀਹ। ਹਾਲੇਲੂਇਆ। ਵਚਨ 'ਚ ਲਿਖਿਆ ਉਹ ਤੁਹਾਡੇ ਪੈਰਾਂ ਦੇ ਹੇਠ ਕਰ ਦੇਵੇਗਾ, ਤੁਹਾਡੇ ਪੈਰਾਂ ਦੇ ਹੇਠ ਕਰ ਦੇਵੇਗਾ। ਸ਼ੈਤਾਨ ਸਾਡੇ ਪੈਰਾਂ ਦੇ ਹੇਠ ਕਰ ਦੇਵੇਗਾ, ਕਮੀਆਂ ਨੂੰ ਸਾਡੇ ਪੈਰਾਂ ਦੇ ਹੇਠ ਕਰ ਦੇਵੇਗਾ, ਕਮਜ਼ੋਰੀਆਂ ਨੂੰ ਪੈਰਾਂ ਦੇ ਹੇਠ ਕਰ ਦੇਵੇਗਾ। ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋਗੇ ਤਾਂ ਤੁਸੀਂ ਬਲ ਪਾਓਗੇ ਉਕਾਬ ਵਾਂਗੂ। ਹਾਲੇਲੂਇਆ। ਪ੍ਰਭੂ ਦੀ ਤਾਰੀਫ ਹੋ। ਜਿਹੜੇ ਝਗੜਦੇ ਆ ਸਾਡੇ ਨਾਲ,
ਸਾਡੀਆਂ ਜ਼ਿੰਦਗੀ ਦੀਆਂ ਕਾਮਨਾ ਸਾਡੇ ਨਾਲ ਲੜਾਈ ਕਰਦੀਆਂ, ਯੁੱਧ ਕਰਦੀਆਂ, ਸਾਡੇ ਨਾਲ ਯੁੱਧ ਕਰਦੀਆਂ। ਉਹ ਸਾਡੇ ਨਾਲ ਲੜਦੀਆਂ, ਅੰਦਰੋਂ ਅੰਦਰੀ ਸਾਨੂੰ ਦੁੱਖ ਦਿੰਦੀਆਂ, ਸਾਨੂੰ ਚਿੰਤਾ 'ਚ ਪਾ ਦਿੰਦੀਆਂ, ਸਾਨੂੰ ਪਰੇਸ਼ਾਨੀ 'ਚ ਪਾ ਦਿੰਦੀਆਂ, ਸਾਨੂੰ ਵੱਡੀ ਪਰੇਸ਼ਾਨੀ ਦੇ ਹੇਠਾਂ ਲੈ ਜਾਂਦੀਆਂ, ਡਿਪਰੈਸ਼ਨ 'ਚ ਲੈ ਜਾਂਦੀਆਂ, ਸਾਨੂੰ ਇਹਦੀਆਂ ਗਹਿਰੀਆਂ ਸੋਚਾਂ 'ਚ ਲੈ ਜਾਂਦੀਆਂ, ਆਤਮਿਕ ਹੱਤਿਆ ਕਰਨ ਵਿੱਚ ਵੀ ਲੈ ਜਾਂਦੀਆਂ। ਕੁਝ ਸੋਚਾਂ ਜਿਹੜੀਆਂ ਹੁੰਦੀਆਂ, ਉਹ ਕਹਿੰਦਾ ਜਦੋਂ ਤੁਸੀਂ ਯਿਸੂ ਮਸੀਹ ਨੂੰ ਉਡੀਕੋਗੇ, ਪਰਮੇਸ਼ਰ ਨੂੰ ਉਡੀਕੋਗੇ, ਤਾਂ ਤੁਸੀਂ ਸੱਚਮੁੱਚ ਇਹਨਾਂ ਨੂੰ ਆਪਣੇ ਅੱਗੇ ਹਾਰਦਿਆਂ ਹੋਇਆ ਵੇਖੋਗੇ ਤੇ ਤੁਸੀਂ ਸਫਲਤਾ ਨੂੰ ਹਾਸਲ ਕਰ ਲਓਗੇ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੈ, ਕਿਉਂਕਿ ਬਾਈਬਲ ਦੱਸਦੀ, ਨਾ ਡਰ ਨਾ ਘਬਰਾ, ਮੈਂ ਤੇਰਾ ਯਹੋਵਾ ਪਰਮੇਸ਼ਰ, ਤੂੰ ਮੈਥੋਂ ਮੰਗ, ਮੈਂ ਕੌਮਾਂ ਮਰਾਸ ਵਿੱਚ ਤੈਨੂੰ ਦੇ ਦੇਵਾਂਗਾ। ਮੈਥੋਂ ਮੰਗਣ ਵਾਲਾ ਕਹਿੰਦਾ ਕਦੀ ਘਾਟੇ ਵਿੱਚ ਨਹੀਂ ਰਵੇਗਾ। ਮੈਥੋਂ ਮੰਗਣ ਵਾਲੇ ਨੂੰ ਕਦੀ ਘਟੀ ਨਹੀਂ ਹੋਵੇਗੀ। ਕਹਿੰਦਾ ਘਾਟਾ ਉਹਨਾਂ ਨੂੰ ਹੋਵੇਗਾ ਜੋ ਮੈਥੋਂ ਨਹੀਂ ਮੰਗਦੇ। ਹਾਲੇਲੂਇਆ। ਤੁਸੀਂ ਮੰਗੋ ਪਰਮੇਸ਼ਰ ਦੇ ਕੋਲੋਂ, ਹਰ ਤਰ੍ਹਾਂ ਦੀ ਚੀਜ਼ ਮੰਗੋ, ਹਰ ਤਰ੍ਹਾਂ ਦੀ ਬੁੱਧ ਮੰਗੋ, ਸਮਝ ਮੰਗੋ, ਯੋਰ ਮੰਗੋ, ਬਲ ਮੰਗੋ ਪਰਮੇਸ਼ਰ ਦੇ ਹਜ਼ੂਰੋਂ, ਸ਼ੈਤਾਨੀ ਸ਼ਕਤੀਆਂ ਤੇ ਫਤਹ ਪਾਉਣ ਵਾਲੀ ਸਮਰਥ ਮੰਗੋ। ਪ੍ਰਾਰਥਨਾ ਕਰੋ ਪਰਮੇਸ਼ਰ ਦੇ ਅੱਗੇ, ਤੁਸੀਂ ਜਿੱਤ ਪ੍ਰਾਪਤ ਕਰ ਸਕੋ ਤੇ ਉਕਾਬਾ ਵਾਂਗੂ ਅਸਮਾਨ ਦੇ ਵਿੱਚ ਉਡਾਰੀ ਭਰ ਸਕੋ। ਹਾਲੇਲੂਇਆ। ਇਸ ਸੰਸਾਰ ਵਿੱਚ ਪਰਮੇਸ਼ਰ ਸਾਨੂੰ ਉੱਚਾ ਕਰ ਦੇਵੇਗਾ, ਲੋਕਾਂ ਵਿੱਚ ਉੱਚਾ ਕਰ ਦੇਵੇਗਾ, ਕੌਮਾਂ ਵਿੱਚ ਉੱਚਾ ਕਰ ਦੇਵੇਗਾ, ਰਿਸ਼ਤੇਦਾਰਾਂ ਵਿੱਚ, ਭੈਣ ਭਰਾਵਾਂ ਦੇ ਵਿੱਚ ਉੱਚਾ ਕਰ ਦੇਵੇਗਾ। ਤੁਹਾਡੀ ਭਗਤੀ ਇਹੋ ਜਿਹੀ ਹੋਵੇ, ਹਾਲੇਲੂਇਆ, ਕਿ ਸਮੇਂ ਆਉਣ ਤੇ ਤੁਸੀਂ ਉੱਚਾ ਕੀਤੇ ਜਾਓਗੇ, ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਣ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਜਲਾਲ ਮਿਲੇ, ਤੁਹਾਡੇ ਖੁਦਾ ਦੇ ਪਵਿੱਤਰ ਨਾਮ ਨੂੰ। ਹਾਲੇਲੂਇਆ। ਸਭਨਾਂ ਨੂੰ ਜੈ ਮਸੀਹ ਦੀ।